आओ सीखिए कि नवें साल की शुरुआत किवें करनी है, किहड़े वचनां नाल अते किस तरह प्रार्थना नाल इसनूं शुरू करना है। नैक्सट ईयर इज़ द बेस्ट ईयर कौन आख सकदा है। ਉਹ जो परमेश्वर दे वचन उत्ते अथा विश्वास करदा है। परमेश्वर दा वचन बयान करदा है, तू अपनी नेकी दा मुकट साल दे उत्ते धरदा है अते तेरियां लीहां तो चकनाई चौंदी है। परमेश्वर हरेक साल नूं एक नेकी दा साल करके हर एक इंसान नूं दिंदा है, पर इंसान अपनी गलती दे नाल परमेश्वर दे रस्ते विच चलण तो इनकार करदा है, क्योंकि इस वचन अनुसार जबूर 65:11 के अनुसार परमेश्वर दे राहां दे उत्ते बरकतां पईयां हन। सिर्फ इंसान ने उन्हां राहां उत्ते चल के इन्हां बरकतां नूं अपने जीवन दे विच रखना है ते उन्हां दा आनंद उठाउणा है। समय दा करता परमेश्वर खुद आप है। तां परमेश्वर ने आख्या कि आकाश दे अंबर विच जोतां होण तां जो वो दिन नूं रात तो अड्ड करन, नाले वो निशानां ते रुतां ते दिनां ते वरियां लई होण। सृष्टि अते रुतां नूं देख के हर एक इंसान नूं परमेश्वर दी महिमा करनी चाहिदी है, क्योंकि ये सब सृष्टि और तैनात परमेश्वर ने साडे वेखण दे लई बनाई है, ताकि असी इस नूं वेखदे होए परमेश्वर दी महिमा करदे रहिए। क्योंकि बुद्ध परमेश्वर दा है, ज्ञान परमेश्वर दा है, इसलिए परमेश्वर अथाह शक्ति दे मालक हन और उसे ही परमेश्वर दे इन्हां चीज़ां नूं देखदे होए महिमा करनी योग है। मैं पास्टर शौकी मसीह पिंड रण ਸਿੰਘ ਵਾਲਾ डिस्ट्रिक्ट फरीदकोट ਤੋਂ ਆਪ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ। ਜਿਸ ਤਰ੍ਹਾਂ ਯਹੋਵਾ ਪਰਮੇਸ਼ਰ ਨੇ ਯਸ਼ਾਇਆ 41:10 ਵਿੱਚ ਵਾਅਦਾ ਕੀਤਾ ਹੈ ਕਿ ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ। ਉਸੇ ਤਰ੍ਹਾਂ ਪਿਤਾ ਪਰਮੇਸ਼ਰ ਨੇ ਸਾਨੂੰ 2020 ਸਾਲ ਵਿੱਚ ਹਿਫਾਜ਼ਤ ਜਾਂ ਰੱਖਿਆ ਕੀਤੀ। ਇੱਕ ਹੋਰ ਨਵਾਂ ਸਾਲ 2021 ਸਾਲ ਬਖਸ਼ਿਆ ਹੈ। ਇਸ ਕਰਕੇ ਸਾਡੀ ਰੀਅਲ ਐਕਸ਼ਨ ਸੁਸਾਇਟੀ ਦੀ ਟੀਮ ਵੱਲੋਂ ਪੂਰੇ ਪੰਜਾਬ ਦੇ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ। पिता परमेश्वर आप सबनूं आशीष देवे, आमीन। दानियल 2:20-21 विच दानियल ने उत्तर दे के आख्या, परमेश्वर दा नाम सदा ताईं मुबारक होवे, क्यों जो बुद्ध ते शक्ति उसदी है। ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਅਸਥਾਪਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਗਿਆਨੀਆਂ ਨੂੰ ज्ञान दिंदा है। जो परमेश्वर समय का करता है उस दे अधिकार दे विच है, उस समय नूं बदल दिंदा है, राजियां नूं भी हटा दिंदा है अते अस्थापदा है। ये सब शक्तियां परमेश्वर ने अपने कोल रखियां हन। 2021 साल नूं समझण दे लई, उहदे ब्लैसिंग दे वचन सीखण दे लई आओ ਪਹਿਲਾਂ ਅਸੀਂ 2020 ਤੇ ਝਾਤ ਮਾਰੀਏ ਕਿ ਇਹ ਸਾਲ ਲੋਕਾਂ ਦੇ ਲਈ ਕਿਸ ਤਰ੍ਹਾਂ ਦਾ ਰਿਹਾ। 2020 ਸਾਲ ਇਤਿਹਾਸ ਦਾ ਇੱਕ ਪਹਿਲਾ ਇਸ ਤਰ੍ਹਾਂ ਦਾ ਸਾਲ ਹੈ ਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਪਹਿਲੀ ਵਾਰ ਇਸ ਤਰ੍ਹਾਂ ਹੋਈਆਂ। ਇਸ ਸਾਲ ਸਭ ਤੋਂ ਲੰਬਾ ਲਾਕਡਾਊਨ ਲੱਗਾ। ਇਹ ਪਿਛਲੇ ਸਾਲਾਂ ਦੇ ਇਤਿਹਾਸ ਵਿੱਚੋਂ ਪਹਿਲੀ ਵਾਰ ਇਸ ਤਰ੍ਹਾਂ ਹੋਇਆ। ਇਸ ਸਾਲ ट्रेनां बंद रहियां पहली बार और बसां बंद रहियां
ਉਡਾਨਾਂ ਬੰਦ ਰਹੀਆਂ, ਬੈਂਕਾਂ ਵੀ ਬੰਦ ਹੋਈਆਂ, ਵਪਾਰ ਬੰਦ ਹੋਏ, ਦੁਕਾਨਾਂ ਬੰਦ ਹੋਈਆਂ, ਬਾਜ਼ਾਰ ਬੰਦ ਹੋਏ, ਰੁਜ਼ਗਾਰ ਬੰਦ ਹੋਏ, ਇੱਥੇ ਤੱਕ ਕਿ ਪੰਜਾਬ ਦੇ ਵਿੱਚ ਟੋਲ ਟੈਕਸ ਵੀ ਬੰਦ ਹੋਏ। ਇੱਥੇ ਤੱਕ ਕਿ ਸਟੂਡੈਂਟਾਂ ਦੇ ਲਈ ਸਕੂਲ ਕਾਲਜ ਵੀ ਬੰਦ ਰਹੇ। 2020 ਦੀ ਸ਼ੁਰੂਆਤ ਵਿੱਚ ਕਿਸੇ ਨੇ ਇਸ ਤਰ੍ਹਾਂ ਨਹੀਂ ਸੀ ਸੋਚਿਆ ਕਿ ਵਰਲਡ ਦੇ ਵਿੱਚ ਵਧੇਰੇ ਦੇਸ਼ ਬੰਦ ਦੀ ਸਥਿਤੀ ਦੇ ਵਿੱਚ ਰਹਿਣਗੇ। ਇਹਨਾਂ ਦਾ ਕਾਰਨ ਸਭ ਲੋਕ ਜਾਣਦੇ ਹਨ ਕਿ ਇਹ ਕਰੋਨਾ ਮਹਾਮਾਰੀ ਜੋ ਚਾਈਨਾ ਤੋਂ ਸ਼ੁਰੂ ਹੋਈ ਸੀ ਉਹੀ ਕਾਰਨ ਸੀ। 2020 ਦੇ ਇਤਿਹਾਸ ਨੂੰ ਦੇਖਦੇ ਹੋਏ ਅਸੀਂ 2021 ਦੇ ਆਉਣ ਵਾਲੇ ਸਮੇਂ ਬਾਰੇ ਕੀ ਸੋਚ ਸਕਦੇ ਹਾਂ ਜਾਂ ਕੀ ਕਹਿ ਸਕਦੇ ਹਾਂ। ਆਓ ਅਸੀਂ ਇਸ ਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਹੀ ਸਮਝਦੇ ਹਾਂ। ਜੇਕਰ ਸਮੇਂ ਨੂੰ ਬਣਾਉਣ ਵਾਲਾ ਪਰਮੇਸ਼ਵਰ ਹੈ ਔਰ ਪਰਮੇਸ਼ਵਰ ਕਰਤਾ ਹੈ ਔਰ ਪਰਮੇਸ਼ਵਰ ਸਮੇਂ ਨੂੰ ਬਦਲਦਾ ਹੈ, ਫਿਰ ਕੌਣ ਹੈ ਜੋ ਸਮੇਂ ਨੂੰ ਖਰਾਬ ਕਰ ਦਿੰਦਾ ਹੈ? ਪਰਮੇਸ਼ਵਰ ਦੇ ਵਚਨ ਵਿੱਚ ਯਹੂਨਾ 10:10 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚਰਾਵੇ ਔਰ ਵੱਡੇ ਅਤੇ ਨਾਸ ਕਰੇ। ਪਵਿੱਤਰ ਬਾਣੀ ਦੇ ਅਨੁਸਾਰ ਸ਼ੈਤਾਨ ਨੂੰ ਚੋਰ ਆਖਿਆ ਗਿਆ ਹੈ। ਪਰਮੇਸ਼ਵਰ ਪਿਤਾ ਨੇ ਤੇ ਹਰ ਇੱਕ ਇਨਸਾਨ ਨੂੰ ਬਰਾਬਰ 24 ਘੰਟੇ ਸਮਾਂ ਦਿੱਤਾ ਹੈ ਔਰ ਇੱਕੋ ਜਿਹਾ ਸਮਾਂ ਦੇ ਕੇ ਪੂਰਾ ਸਾਲ ਦਿੱਤਾ ਹੈ, ਪਰ ਸ਼ੈਤਾਨ ਬਹੁਤ ਸਾਰੇ ਲੋਕਾਂ ਦੇ ਜੀਵਨ ਦੇ ਵਿੱਚੋਂ ਸਮੇਂ ਨੂੰ ਚੋਰੀ ਕਰਕੇ ਖਰਾਬ ਕਰ ਦਿੰਦਾ ਹੈ। ਇਸ ਲਈ ਇਸ ਚੋਰ ਸ਼ੈਤਾਨ ਕੋਲੋਂ ਹਰੇਕ ਇੱਕ ਵਿਅਕਤੀ ਨੂੰ ਜੋ ਇਸ ਸੰਸਾਰ ਦੇ ਉੱਤੇ ਜੀਵਤ ਹੈ ਉਸ ਨੂੰ ਸਚੇਤ ਰਹਿਣ ਦੀ ਜ਼ਰੂਰਤ ਹੈ। ਦੂਸਰਾ ਕਰੰਥੀਆਂ 4:4 ਵਿੱਚ ਇਸ ਤਰ੍ਹਾਂ ਲਿਖਿਆ ਹੈ, ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪ੍ਰਤੀਤਿਆਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ, ਮਤੇ ਮਸੀਹ ਜੋ ਪਰਮੇਸ਼ਵਰ ਦਾ ਸਰੂਪ ਹੈ ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ। ਸ਼ੈਤਾਨ ਨੂੰ ਇਸ ਸੰਸਾਰ ਦਾ ਮਾਲਕ ਕਿਹਾ ਗਿਆ ਹੈ, ਇਸ ਲਈ ਸ਼ੈਤਾਨ ਨੇ ਬਹੁਤ ਸਾਰੇ ਲੋਕਾਂ ਦੀਆਂ ਅੱਖੀਆਂ ਉੱਤੇ ਬੇਪ੍ਰਤੀਤੀ ਦੀ ਪੱਟੀ ਬੰਨੀ ਹੋਈ ਹੈ। ਇਹ ਪੱਟੀ ਸਿਰਫ ਪ੍ਰਾਰਥਨਾ ਨਾਲ ਤੇ ਪਰਮੇਸ਼ਵਰ ਦੇ ਵਚਨ ਦੇ ਪ੍ਰਕਾਸ਼ ਦੀ ਸ਼ਕਤੀ ਦੇ ਨਾਲ ਹੀ ਹਟ ਸਕਦੀ ਹੈ। ਹੁਣ ਵੇਖੀਏ ਪਰਮੇਸ਼ਵਰ ਨੇ ਮਨੁੱਖ ਨੂੰ ਸਮਾਂ ਕਿਉਂ ਦਿੱਤਾ ਹੈ। ਮਰਕਸ 1:15 ਦੇ ਵਿੱਚ ਲਿਖਿਆ ਹੈ, ਸਮਾਂ ਪੂਰਾ ਹੋਇਆ ਅਤੇ ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ, ਤੌਬਾ ਕਰੋ ਅਤੇ ਖੁਸ਼ਖਬਰੀ ਉੱਤੇ ਪ੍ਰਤੀਤ ਕਰੋ। ਮੱਤੀ 6:10 ਵਿੱਚ ਇਸ ਤਰ੍ਹਾਂ ਲਿਖਿਆ ਹੈ, ਤੇਰਾ ਰਾਜ ਆਵੇ ਅਤੇ ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਪ੍ਰਭੂ ਯਿਸੂ ਮਸੀਹ ਦੇ ਇਹ ਵਚਨ ਸਾਨੂੰ ਇਹ ਗਿਆਨ ਦਿੰਦੇ ਹਨ ਕਿ ਹਰੇਕ ਮਨੁੱਖ ਨੇ ਇਸ ਧਰਤੀ ਉੱਤੇ ਪਰਮੇਸ਼ਵਰ ਦੇ ਰਾਜ ਨੂੰ ਲੈ ਕੇ ਆਉਣਾ ਹੈ। ਪਰਮੇਸ਼ਵਰ ਦੇ ਰਾਜ ਨੂੰ ਧਰਤੀ ਉੱਤੇ ਸਥਾਪਿਤ ਕਰਨ ਲਈ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਅਧਿਕਾਰ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਲੂਕਾ 10:19 ਵਿੱਚ ਇਸ ਅਧਿਕਾਰ ਬਾਰੇ ਆਪਣੇ ਚੇਲਿਆਂ ਨੂੰ ਦੱਸਿਆ। ਵੇਖੋ, ਮੈਂ ਤੁਹਾਨੂੰ ਸੱਪਾਂ ਅਤੇ ਠੂਹਿਆਂ ਦੇ ਲਤਾੜਨ ਦਾ ਅਤੇ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਹਰੇਕ ਵਿਸ਼ਵਾਸੀ ਜੋ ਚਾਹੁੰਦਾ ਹੈ ਕਿ ਉਸ ਦਾ 2021 ਸਾਲ ਮੁਬਾਰਕ ਹੋਵੇ, ਉਸ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਸ਼ੈਤਾਨ ਨੂੰ ਆਪਣੇ ਪੈਰਾਂ ਹੇਠ ਕੁਚਲਣਾ ਹੈ ਤਾਂ ਕਿ ਸ਼ੈਤਾਨ ਉਹਨਾਂ ਦੇ ਸਮੇਂ ਨੂੰ ਬਰਬਾਦ ਨਾ ਕਰ ਸਕੇ, ਖਰਾਬ ਨਾ ਕਰ ਸਕੇ, ਉਹਨਾਂ ਦਾ ਸਮਾਂ ਲਾਹੇਵੰਦ ਬਣ ਜਾਏ।
ਹੁਣ ਅਸੀਂ ਪੁਰਾਣੇ ਨੇਮ ਦੀ ਕਲੀਸਿਆ ਬਾਰੇ ਦੇਖਦੇ ਹਾਂ, ਜਿਸ ਨੂੰ ਪਰਮੇਸ਼ਵਰ ਨੇ ਹੀ ਚੁਣਿਆ ਸੀ ਔਰ ਮੂਸਾ ਨੂੰ ਠਹਿਰਾਇਆ ਕਿ ਇਸਰਾਏਲੀ ਲੋਕਾਂ ਦੀ ਅਗਵਾਈ ਕਰੋ ਔਰ ਇਸਰਾਏਲੀ ਪ੍ਰਜਾ ਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਕੱਢ ਕੇ ਮੂਸਾ ਨੂੰ ਡਿਊਟੀ ਦਿੱਤੀ ਕਿ ਉਹਨਾਂ ਨੂੰ ਕਨਾਨ ਦੇਸ਼ ਦੇ ਵਿੱਚ ਪਹੁੰਚਾਉਣਾ ਹੈ। ਮੂਸਾ ਕਨਾਨ ਦੇਸ਼ ਦੇ ਬਾਰੇ ਜਾਣਦਾ ਸੀ ਔਰ ਪਰਮੇਸ਼ਵਰ ਨੇ ਜੋ ਯੋਜਨਾ ਵਿਖਾਈ ਸੀ ਮੂਸਾ ਨੂੰ, ਮੂਸਾ ਉਸ ਯੋਜਨਾ ਨੂੰ ਵੀ ਭਲੀ ਭੰਤੀ ਜਾਣਦਾ ਸੀ। ਪਰ ਪ੍ਰਜਾ ਇਸ ਪ੍ਰਕਾਸ਼ ਨੂੰ ਨਾ ਸਮਝ ਪਾਈ। ਮੂਸਾ ਨੇ ਆਪਣੇ ਸਫ਼ਰ ਨੂੰ ਸ਼ੁਰੂ ਕਰਨ ਦੇ ਲਈ ਇੱਕ ਪ੍ਰਾਰਥਨਾ ਕੀਤੀ। ਜ਼ਬੂਰ 90:12 ਵਿੱਚ ਅਸੀਂ ਵੇਖਦੇ ਹਾਂ, ਮੂਸਾ ਨੇ ਪਰਮੇਸ਼ਵਰ ਨੂੰ ਆਖਿਆ, ਸਾਨੂੰ ਸਾਡੇ ਦਿਨ ਗਿਣਨਾ ਇਉਂ ਸਿਖਲਾ ਭਾਈ ਅਸੀਂ ਹਿਕਮਤ ਵਾਲਾ ਮਨ ਪ੍ਰਾਪਤ ਕਰੀਏ। ਹਿਕਮਤ ਦਾ ਅਰਥ ਬੁੱਧ ਅਤੇ ਸਮਝ ਵਾਲੇ ਮਨ ਤੋਂ ਹੈ। ਜੇਕਰ ਅਸੀਂ ਆਪਣੇ ਸਮੇਂ ਨੂੰ, ਆਪਣੇ ਦਿਨ ਨੂੰ, ਆਪਣੇ ਮਹੀਨੇ ਨੂੰ, ਆਪਣੇ ਸਾਲ ਨੂੰ ਇੱਕ ਵਧੀਆ ਸਾਲ ਬਣਾਉਣਾ ਹੈ ਤਾਂ ਸਾਨੂੰ ਪਰਮੇਸ਼ਵਰ ਦੇ ਕੋਲੋਂ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਕਿ ਪਰਮੇਸ਼ਵਰ ਸਾਨੂੰ ਸਾਡੇ ਦਿਨ ਗਿਣਨ ਦੀ ਸਮਝ ਦੇਵੇ ਤਾਂ ਕਿ ਅਸੀਂ ਬੁੱਧੀਮਾਨੀ ਨਾਲ ਸਮੇਂ ਨੂੰ ਖਰਚ ਸਕੀਏ ਔਰ ਸਮਝ ਦੇ ਨਾਲ ਹਰ ਪਰਿਸਥਿਤੀ ਨੂੰ ਜਾਣ ਸਕੀਏ। ਇਸਰਾਏਲੀ ਪ੍ਰਜਾ ਇਸ ਕੰਮ ਦੇ ਵਿੱਚ ਫੇਲ ਹੋ ਗਈ ਔਰ ਉਹ ਸਮੱਸਿਆਵਾਂ ਦੀ ਸ਼ਿਕਾਰ ਹੋ ਗਈ ਕਿਉਂਕਿ ਉਹਨਾਂ ਨੇ ਪਰਮੇਸ਼ਵਰ ਕੋਲੋਂ ਦਿਨ ਗਿਣਨ ਦੀ ਸਮਝ ਨੂੰ ਪ੍ਰਾਪਤ ਨਹੀਂ ਕੀਤਾ। ਆਓ ਅਸੀਂ ਇਸਰਾਏਲੀ ਲੋਕਾਂ ਦੇ ਇਤਿਹਾਸ ਦੇ ਬਾਰੇ ਦੇਖੀਏ ਜੋ ਪਰਮੇਸ਼ਵਰ ਦੇ ਵਚਨ 78 ਜ਼ਬੂਰ ਦੇ ਵਿੱਚ ਦਰਜ ਕੀਤਾ ਗਿਆ ਹੈ। ਇਸਰਾਏਲੀਆਂ ਨੂੰ ਕਨਾਨ ਦੇਸ਼ 40 ਦਿਨਾਂ ਵਿੱਚ ਮਿਲਣ ਵਾਲਾ ਸੀ, ਪਰ ਉਹਨਾਂ ਦੀ ਪ੍ਰਾਰਥਨਾ ਨਾ ਕਰਨ ਦੀ ਵਜ੍ਹਾ ਦੇ ਕਾਰਨ ਅਤੇ ਪਰਮੇਸ਼ਵਰ ਦੇ ਵਚਨ 'ਤੇ ਭਰੋਸਾ ਨਾ ਕਰਨ ਦੀ ਵਜ੍ਹਾ ਦੇ ਕਾਰਨ ਇਹੀ ਬਰਕਤ, ਇਹੀ ਕਨਾਨ ਦੇਸ਼ 40 ਦਿਨ ਵਿੱਚ ਮਿਲਣ ਦੀ ਬਜਾਏ ਉਹਨਾਂ ਨੂੰ 40 ਸਾਲ ਦੇ ਵਿੱਚ ਪ੍ਰਾਪਤ ਹੋਇਆ। ਇਸ ਲਈ ਉਹਨਾਂ ਦੇ ਵਰੇ ਬਰਬਾਦ ਹੋਏ। 78 ਜ਼ਬੂਰ ਦੇ 33 ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਸ ਕਾਰਨ ਉਸ ਨੇ ਉਹਨਾਂ ਦੇ ਦਿਨ ਵਿਅਰਥ ਵਿੱਚ ਅਤੇ ਉਹਨਾਂ ਦੇ ਵਰੇ ਭੈ ਵਿੱਚ ਮੁਕਾਏ। ਇਸਰਾਏਲੀ ਲੋਕਾਂ ਨੇ ਅਜਿਹਾ ਕੀ ਕੀਤਾ ਜਿਸ ਕਾਰਨ ਉਹਨਾਂ ਨੂੰ ਦਿਨ ਡਰ ਦੇ ਵਿੱਚ ਬਤੀਤ ਕਰਨੇ ਪਏ ਔਰ ਦਿਨ ਵਿਅਰਥ ਹੋ ਗਏ? ਉਹਨਾਂ ਨੇ ਅਜਿਹਾ ਕੀ ਕੀਤਾ? ਆਓ ਅਸੀਂ ਧਿਆਨਪੂਰਵਕ ਵੇਖੀਏ। ਜ਼ਬੂਰ 78 ਉਸ ਦੇ 17 ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤਾਂ ਉਹਨਾਂ ਨੇ ਉਹਦਾ ਹੋਰ ਵੀ ਪਾਪ ਕੀਤਾ ਅਤੇ ਥਲ ਵਿੱਚ ਅਤ ਮਹਾਨ ਤੋਂ ਆਕੀ ਹੀ ਰਹੇ। ਇਹ ਵਚਨ ਸਾਬਤ ਕਰਦਾ ਹੈ ਕਿ ਇਜ਼ਰਾਈਲੀ ਲੋਕਾਂ ਨੇ ਹੋਰ ਪਾਪ ਕੀਤਾ। ਹੋਰ ਪਾਪ ਦਾ ਅਰਥ ਇਹ ਹੈ, ਮੂਸਾ ਪਰਮੇਸ਼ਵਰ ਦੇ ਦਾਸ ਨੇ ਉਹਨਾਂ ਨੂੰ ਵਚਨ ਸੁਣਾਇਆ ਪਰ ਉਹਨਾਂ ਨੇ ਵਚਨ 'ਤੇ ਪ੍ਰਤੀਤ ਨਹੀਂ ਕੀਤੀ। ਜਿਸ ਵਕਤ ਅਸੀਂ ਵਚਨ 'ਤੇ ਪ੍ਰਤੀਤ ਨਹੀਂ ਕਰਦੇ ਤਾਂ ਅਸੀਂ ਇੱਕ ਅਲੱਗ ਕਿਸਮ ਦਾ ਪਾਪ ਕਰਦੇ ਹਾਂ। ਇਸ ਲਈ ਵਚਨ 'ਤੇ ਵਿਸ਼ਵਾਸ ਨਾ ਕਰਨਾ ਇੱਕ ਪਾਪ ਹੈ। ਨੰਬਰ 2, ਜ਼ਬੂਰ 78 ਉਹਦੇ 19 ਵਚਨ ਵਿੱਚ ਲਿਖਿਆ ਹੈ ਕਿ ਉਹ ਪਰਮੇਸ਼ਵਰ ਦੇ ਵਿਰੁੱਧ ਬੋਲੇ। ਇਸ ਵਚਨ ਦੇ ਅਨੁਸਾਰ ਉਹਨਾਂ ਨੇ ਆਪਣੀ ਇੱਛਾ ਦਾ ਭੋਜਨ ਮੰਗ ਕੇ ਪਰਮੇਸ਼ਵਰ ਨੂੰ ਪਰਤਾਇਆ ਤੇ ਪਰਮੇਸ਼ਵਰ ਦੇ ਵਿਰੁੱਧ ਬੋਲੇ। ਅੱਜ ਵੀ ਕਲੀਸਿਆ ਵਿੱਚ ਅਜਿਹੇ ਲੋਕ ਹੋ ਸਕਦੇ ਹਨ ਜੋ ਪਰਮੇਸ਼ਵਰ ਦੇ ਵਿਰੁੱਧ ਬੋਲਦੇ ਨੇ ਔਰ ਪਰਮੇਸ਼ਵਰ ਕੋਲੋਂ ਆਪਣੇ ਖੁਦ ਦੀ ਖੁਆਇਸ਼ਾਂ, ਇੱਛਾ ਦੇ ਅਨੁਸਾਰ ਪ੍ਰਾਰਥਨਾਵਾਂ ਕਰਦੇ ਹਨ ਤੇ ਪਰਮੇਸ਼ਵਰ ਕੋਲੋਂ ਮੰਗਦੇ ਹਨ। ਨੰਬਰ 3, 78 ਜ਼ਬੂਰ ਦੇ 22 ਵਚਨ ਦੇ ਵਿੱਚ ਲਿਖਿਆ ਹੈ, ਕਿਉਂਕਿ ਉਹਨਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਨਾ ਕੀਤੀ ਅਤੇ ਨਾ ਉਸ ਦੇ ਬਚਾਓ ਉੱਤੇ ਭਰੋਸਾ ਰੱਖਿਆ। ਇਸ ਵਚਨ ਅਨੁਸਾਰ ਸਾਨੂੰ ਪਰਮੇਸ਼ਵਰ ਦੇ ਵਚਨ 'ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ, ਕਿਉਂਕਿ ਸੰਸਾਰ ਦੇ ਵਿੱਚ
ਇੱਕ ਪਰਮੇਸ਼ਵਰ ਦਾ ਵਚਨ ਹੀ ਹੈ ਜੋ ਸਾਡੇ ਨਾਲ ਵਾਅਦਾ ਕਰਦਾ ਹੈ। ਆਓ ਅਸੀਂ ਪਰਮੇਸ਼ਵਰ ਦੇ ਵਾਅਦੇ ਨੂੰ ਵੇਖੀਏ। ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ, ਕਿਉਂ ਜੋ ਉਹਨੇ ਆਪ ਆਖਿਆ ਹੈ, ਭਾਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ। ਅਜਿਹਾ ਵਾਅਦਾ ਦੁਨੀਆ 'ਤੇ ਕੋਈ ਵੀ ਇਨਸਾਨ ਦੂਜੇ ਇਨਸਾਨ ਨੂੰ ਨਹੀਂ ਦੇ ਸਕਦਾ। ਕੇਵਲ ਪਰਮੇਸ਼ਵਰ ਹੀ ਹੈ ਜੋ ਅਜਿਹਾ ਵਾਅਦਾ ਦੇ ਸਕਦੇ ਹਨ। ਦਿਨ ਵਿਅਰਥ ਹੋਣ ਦੇ ਇਹ 3 ਕਾਰਨ ਹਨ। ਹੋਰ ਪਾਪ ਕਰਨਾ, ਪਰਮੇਸ਼ਵਰ ਦੇ ਵਿਰੁੱਧ ਬੋਲਣਾ, ਪਰਮੇਸ਼ਵਰ ਦੇ ਵਚਨ ਉੱਤੇ ਪ੍ਰਤੀਤ ਨਾ ਕਰਨਾ। ਜੇਕਰ ਹੁਣ ਦੀ ਕਲੀਸਿਆ ਆਪਣੇ ਇਸ ਸਾਲ ਨੂੰ ਇੱਕ ਆਸ਼ੀਸ਼ ਵਾਲਾ ਸਾਲ ਬਣਾਉਣਾ ਚਾਹੁੰਦੀ ਹੈ ਤਾਂ ਸਾਨੂੰ ਅਯੂਬ ਦੀ ਕਿਤਾਬ ਦੇ ਵਿੱਚ ਲਿਖੇ ਹੋਏ ਵਚਨਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਬਾਈਬਲ ਦੇ ਵਿੱਚ ਅਯੂਬ ਇੱਕ ਅਜਿਹਾ ਕਰੈਕਟਰ ਹੈ ਜਿਸ ਦੇ ਬਾਰੇ ਸਭ ਲੋਕ ਸੋਚਦੇ ਹਨ ਕਿ ਦੁੱਖ ਵੇਲੇ ਹੀ ਅਯੂਬ ਦੀ ਕਹਾਣੀ ਸੁਣਾਈ ਜਾਂਦੀ ਹੈ, ਪਰ ਅਜ਼ੀਜ਼ੋ ਜਦੋਂ ਅਯੂਬ 36 ਅਧਿਆਏ ਅਸੀਂ ਪੜ੍ਹਾਂਗੇ ਉਹਦੇ ਵਿੱਚ ਮੁਬਾਰਕਬਾਦ ਦੇ ਬਾਰੇ ਵੀ ਜ਼ਿਕਰ ਆਉਂਦਾ ਹੈ ਔਰ ਸਾਲ, ਮਹੀਨਿਆਂ ਔਰ ਵਰ੍ਹਿਆਂ ਦਾ ਵੀ ਜ਼ਿਕਰ ਆਉਂਦਾ ਹੈ। ਅੱਜ ਦੀ ਕਲੀਸਿਆ ਨੂੰ ਜੋ ਕੁਝ ਪਰਮੇਸ਼ਵਰ ਨੇ ਦਿੱਤਾ ਹੈ ਉਸ ਦਾ ਧੰਨਵਾਦ ਹੀ ਕਰਨਾ ਜ਼ਰੂਰੀ ਹੈ। ਸੋ ਉਹਨਾਂ ਗੱਲਾਂ ਦੇ ਲਈ ਪਰਮੇਸ਼ਵਰ ਦਾ ਕਲੀਸਿਆ ਧੰਨਵਾਦ ਕਰੇ। ਨੰਬਰ 1, ਚੰਗਿਆਈ। ਪਹਿਲਾ ਪਤਰਸ 2:24 ਦੇ ਵਿੱਚ ਲਿਖਿਆ ਹੈ, ਉਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ। ਸੋ ਕਲੀਸਿਆ ਨੂੰ ਚੰਗਿਆਈ ਮੰਗਦੇ ਹੋਏ ਸਮੇਂ ਨੂੰ ਵਿਅਰਥ ਕਰਨ ਦੀ ਜ਼ਰੂਰਤ ਨਹੀਂ, ਬਲਕਿ ਧੰਨਵਾਦ ਕਰਨ ਦੀ ਜ਼ਰੂਰਤ ਹੈ, ਕਿਉਂਕਿ ਯਿਸੂ ਮਸੀਹ ਨੇ ਜਿਸ ਵਕਤ ਮਾਰ ਖਾਧੀ ਔਰ ਕੋੜੇ ਖਾਧੇ ਔਰ ਸਲੀਬ 'ਤੇ ਜਾਨ ਦਿੱਤੀ, ਉਸੇ ਵਕਤ ਹੀ ਸਾਨੂੰ ਚੰਗਾ ਕਰ ਦਿੱਤਾ ਸੀ। ਇਸ ਲਈ ਪਰਮੇਸ਼ਵਰ ਚਾਹੁੰਦਾ ਹੈ ਕਿ ਕਲੀਸਿਆ ਮਿਲੀ ਚੰਗਿਆਈ ਦੇ ਲਈ ਧੰਨਵਾਦ ਕਰੇ। ਨੰਬਰ 2, ਬਰਕਤ। ਅਪਸੀਆਂ 1:3 ਵਿੱਚ ਲਿਖਿਆ ਹੈ, ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ, ਯਿਹਨੇ ਮਸੀਹ ਵਿੱਚ ਸੁਰਗੀ ਥਾਵਾਂ ਵਿੱਚ ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ। ਜੋ ਚੀਜ਼ ਪਰਮੇਸ਼ਵਰ ਨੇ ਆਲਰੇਡੀ ਸਾਡੇ ਖਾਤੇ ਦੇ ਵਿੱਚ ਤਬਦੀਲ ਕਰ ਦਿੱਤੀ ਆ, ਉਸ ਦੇ ਲਈ ਪਰਮੇਸ਼ਵਰ ਕੇਵਲ ਸਾਡੇ ਕੋਲੋਂ ਧੰਨਵਾਦ ਹੀ ਚਾਹੁੰਦੇ ਹਨ। ਸੋ ਕਲੀਸਿਆ ਨੇ ਮਿਲੀ ਚੰਗਿਆਈ ਵਾਸਤੇ ਔਰ ਮਿਲੀਆਂ ਬਰਕਤਾਂ ਵਾਸਤੇ ਪਰਮੇਸ਼ਵਰ ਦਾ ਧੰਨਵਾਦ ਹੀ ਕਰਨਾ ਹੈ। ਹੁਣ ਸਾਲ ਨੂੰ ਮੁਬਾਰਕ ਬਣਾਉਣ ਦੇ ਲਈ ਅਯੂਬ 36 ਵਿੱਚ ਕੀ ਲਿਖਿਆ ਹੈ, ਜੇਕਰ ਕਲੀਸਿਆ ਉਸੇ ਤਰ੍ਹਾਂ ਕਰੇਗੀ ਤਾਂ 2021 ਸਾਲ ਕਲੀਸਿਆ ਦੇ ਲਈ ਇੱਕ ਬਹੁਤ ਵੱਡੀ ਜਿੱਤ ਦਾ ਤੇ ਬਰਕਤ ਦਾ ਸਾਲ ਹੋਵੇਗਾ। ਅਯੂਬ 36:11। ਉਹ ਸਿੱਖਿਆ ਲਈ ਉਹਨਾਂ ਦੇ ਕੰਨ ਖੋਲ੍ਹਦਾ ਹੈ। ਜੇਕਰ ਕਲੀਸਿਆ ਨੇ ਆਪਣੇ ਸਾਲ ਨੂੰ ਮੁਬਾਰਕ ਬਣਾਉਣਾ ਹੈ ਤਾਂ ਇਸ ਸਾਲ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਨ ਕਿ ਉਹਨਾਂ ਦੇ ਕੰਨ ਹਮੇਸ਼ਾ ਸਰਵਦਾ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨ ਦੇ ਲਈ ਖੁੱਲ੍ਹੇ ਰਹਿਣ। ਨੰਬਰ 2, ਪਰਮੇਸ਼ਵਰ ਇਸੇ ਹੀ ਵਚਨ ਦੇ ਵਿੱਚ ਫਰਮਾਉਂਦੇ ਹਨ, ਭਾਈ ਬਰਿਆਈ ਤੋਂ ਮੁੜੋ। ਪਰਮੇਸ਼ਵਰ ਦਾ ਵਚਨ ਕਲੀਸਿਆ ਨੂੰ 100% ਬੁਰੇ ਕੰਮ ਤੋਂ ਯੁਦਾ ਹੋਣ ਲਈ ਕਹਿੰਦੇ ਹਨ ਤੇ ਪਵਿੱਤਰਤਾਈ ਵਿੱਚ ਲਿਜਾਣ ਦੇ ਲਈ ਕਲੀਸਿਆ ਨੂੰ ਕਹਿੰਦੇ ਹਨ, ਕਿਉਂਕਿ ਪਰਮੇਸ਼ਵਰ ਕਲੀਸਿਆ ਨੂੰ ਬੇਦਾਗ ਵੇਖਣਾ ਚਾਹੁੰਦੇ ਹਨ ਤਾਂ ਕਿ ਬੇਦਾਗ ਕਲੀਸਿਆ ਇਸ ਸੰਸਾਰ ਦੇ ਵਿੱਚ ਜੋਤੀ ਦੀ ਤਰ੍ਹਾਂ ਚਮਕੇ। ਜੇਕਰ ਪਰਮੇਸ਼ਵਰ ਦੇ ਵਚਨ ਉੱਤੇ ਵਿਸ਼ਵਾਸ ਕਰਨ ਵਾਲੇ ਬੁਰਾਈ ਤੋਂ ਦੂਰ ਹੋ ਜਾਂਦੇ ਹਨ ਤੇ ਆਪਣੇ ਆਪ ਨੂੰ
ਇਸ ਸੰਸਾਰ ਦੇ ਵਿੱਚ ਜੋਤੀ ਦੀ ਤਰ੍ਹਾਂ ਚਮਕਾਉਣਾ ਚਾਹੁੰਦੇ ਹਨ ਤਾਂ ਉਹ ਫਿਰ ਅਗਲੇ ਵਚਨ 'ਤੇ ਧਿਆਨ ਦੇਣ। ਅਗਲੇ ਵਚਨ 'ਚ ਲਿਖਿਆ, ਜੇ ਉਹ ਸੁਣ ਲੈਣ ਅਤੇ ਉਹਦੀ ਸੇਵਾ ਕਰਨ ਤਾਂ ਉਹ ਆਪਣੇ ਦਿਨ ਭਲਾਈ ਵਿੱਚ ਪੂਰੇ ਕਰਨਗੇ ਅਤੇ ਆਪਣੇ ਵਰੇ ਖੁਸ਼ਹਾਲੀ ਵਿੱਚ। ਇਸ ਵਚਨ ਵਿੱਚ ਸਾਫ਼ ਲਿਖਿਆ ਹੈ, ਜੇ ਉਹ ਸੁਣ ਲੈਣ ਅਤੇ ਉਹਦੀ ਸੇਵਾ ਕਰਨ, ਭਾਵ ਪਰਮੇਸ਼ਵਰ ਦੀ ਸੇਵਾ ਕਰਨ। ਸੇਵਾ ਦੁਨੀਆ ਦੇ ਉੱਤੇ ਬਹੁਤ ਸਾਰੇ ਸੇਵਕ ਕਰਦੇ ਹਨ, ਪਰ ਮੁਬਾਰਕ ਉਹ ਸੇਵਕ ਹਨ ਜੋ ਪਰਮੇਸ਼ਵਰ ਦੀ ਸੁਣ ਕੇ ਸੇਵਾ ਕਰਦੇ ਹਨ। ਜੋ ਲੋਕ ਵਿਸ਼ਵਾਸੀ ਸੇਵਕ ਪਰਮੇਸ਼ਵਰ ਦੀ ਸੁਣ ਕੇ ਸੇਵਾ ਕਰਦੇ ਹਨ, ਉਹਨਾਂ ਦੇ ਲਈ ਖੁਸ਼ੀ ਦੀ ਖਬਰ ਇਹ ਹੈ ਕਿ ਪਰਮੇਸ਼ਵਰ ਦਾ ਵਚਨ ਆਖਦਾ ਹੈ, ਉਹ ਆਪਣੇ ਦਿਨ ਭਲਾਈ ਦੇ ਵਿੱਚ ਹੀ ਪੂਰੇ ਕਰਨਗੇ। ਇਸ ਜਗ੍ਹਾ ਦੇ ਉੱਤੇ 1 ਸਾਲ ਦੀ ਗੱਲ ਨਹੀਂ ਲਿਖੀ ਅਤੇ ਲਿਖਿਆ ਆਪਣੇ ਵਰੇ ਖੁਸ਼ਹਾਲੀ ਵਿੱਚ ਬਤੀਤ ਕਰਨਗੇ। ਇਹ ਵਚਨ ਜੋ ਪਰਮੇਸ਼ਵਰ ਨੇ ਅਯੂਬ ਦੀ ਕਿਤਾਬ ਦੇ ਵਿੱਚ ਦਰਜ ਕਰਵਾਇਆ, ਹਰੇਕ ਵਿਸ਼ਵਾਸੀ ਦੀ ਖੁਸ਼ਹਾਲੀ ਦੇ ਲਈ ਹੈ। ਸੋ ਪਰਮੇਸ਼ਵਰ 'ਤੇ ਵਿਸ਼ਵਾਸ ਕਰਨ ਵਾਲੇ ਹਰੇਕ ਵਿਸ਼ਵਾਸੀ ਨੇ 2021 ਦੇ ਵਿੱਚ ਇਹਨਾਂ ਤਿੰਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੈ। ਨੰਬਰ 1, ਸਿੱਖਿਆ ਦੇ ਲਈ ਕੰਨ ਖੋਲ੍ਹ ਕੇ ਰੱਖਣੇ ਹਨ। ਨੰਬਰ 2, ਆਪਣੇ ਆਪ ਨੂੰ ਬੁਰਾਈ ਤੋਂ ਬਚਾ ਕੇ ਰੱਖਣਾ ਹੈ। ਨੰਬਰ 3, ਪਰਮੇਸ਼ਵਰ ਦੀ ਸੁਣ ਕੇ ਭਾਵ ਉਸ ਦੇ ਵਚਨ ਅਨੁਸਾਰ ਸੇਵਾ ਕਰਨੀ ਹੈ। ਇਹਨਾਂ ਤਿੰਨਾਂ ਵਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਅਸੀਂ 2021 ਸਾਲ ਨੂੰ ਮੁਬਾਰਕ ਬਣਾ ਸਕਦੇ ਹਾਂ। ਯਾਦ ਰਹੇ, ਸਾਨੂੰ ਮੂਸਾ ਦੁਆਰਾ ਕੀਤੀ ਪ੍ਰਾਰਥਨਾ ਕਦੇ ਨਹੀਂ ਭੁੱਲਣੀ ਚਾਹੀਦੀ ਔਰ ਪਰਮੇਸ਼ਵਰ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਪ੍ਰਭੂ ਮੈਨੂੰ ਦਿਨ ਗਿਣਨ ਦੀ ਸਮਝ ਦੇ ਤਾਂ ਕਿ ਮੈਂ ਬੁੱਧੀਮਾਨ ਹੋ ਜਾਵਾਂ। ਅਜ਼ੀਜ਼ੋ, ਆਉਣ ਵਾਲਾ ਵਰਾ ਜਿਵੇਂ ਦਾ ਮਰਜ਼ੀ ਹੋਵੇ ਪਰ ਬੁੱਧੀਮਾਨ ਲੋਕ ਜਿਹੜੇ ਆ ਉਹ ਚਮਕਦੇ ਰਹਿਣਗੇ। ਇਸ ਸਾਲ ਬੁੱਧੀਮਾਨ ਲੋਕਾਂ ਦੇ ਲਈ ਦਾਨੀਅਲ ਨਬੀ ਦੀ ਕੀਤੀ ਭਵਿੱਖਬਾਣੀ ਪੂਰੀ ਹੋਵੇਗੀ। ਦਾਨੀਅਲ 12:3 ਦੇ ਵਿੱਚ ਲਿਖਿਆ, ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ, ਤਾਰਿਆਂ ਵਾਂਗਰ ਜੁਗੋ ਜੁਗ ਤੀਕਰ। ਸਾਡੀ ਰੀਅਲ ਐਕਸ਼ਨ ਸੁਸਾਇਟੀ ਦੀ ਦੁਆ ਤੁਹਾਡੇ ਲਈ ਇਹ ਹੈ ਕਿ 2021 ਸਾਲ ਦੇ ਵਿੱਚ ਪਰਮੇਸ਼ਵਰ ਤੁਹਾਨੂੰ ਆਪਣੇ ਅਥਾਹ ਬੁੱਧੀ ਦੇ ਖਜ਼ਾਨੇ ਦੇਵੇ। ਇਸ ਬੁੱਧ ਦੇ ਨਾਲ ਤੁਸੀਂ ਸਮੇਂ ਨੂੰ ਆਪਣਾ ਸਮਾਂ ਬਣਾ ਕੇ ਇਸਤੇਮਾਲ ਕਰ ਸਕੋ ਔਰ ਪਰਮੇਸ਼ਵਰ ਨੇ ਜੋ ਆਪਣੇ ਰਸਤੇ ਦੇ ਵਿੱਚ ਢੇਰ ਸਾਰੀਆਂ ਬਰਕਤਾਂ ਰੱਖੀਆਂ ਹਨ, ਉਸ ਰਸਤੇ ਦੇ ਵਿੱਚ ਚੱਲ ਕੇ ਤੁਸੀਂ ਪਰਮੇਸ਼ਵਰ ਦੀਆਂ ਦਿੱਤੀਆਂ ਬਰਕਤਾਂ ਦਾ ਆਨੰਦ ਉਠਾ ਸਕੋ। ਪਰਮੇਸ਼ਵਰ ਤੁਹਾਡੇ ਇਸ ਸਾਲ ਨੂੰ ਖੁਸ਼ਹਾਲੀ ਦੇ ਵਿੱਚ ਬਤੀਤ ਹੋਣ ਵਿੱਚ ਪੂਰੀ ਕਲੀਸਿਆ ਦੀ ਔਰ ਤੁਹਾਡੀ ਸਹਾਇਤਾ ਕਰੇ। ਆਮੀਨ, ਫਿਰ ਆਮੀਨ।